ਚੱਲ ਰਹੀ ਲੜੀਵਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਮੁਬਾਰਕ ਕਥਾ, ਜਿਸ ਕਥਾ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਿਨਾਂ ਨੇ ਗੋਬਿੰਦਵਾਲ ਸਾਹਿਬ ਵਿਖੇ ਕਿਵੇਂ ਜਿਨ੍ਹਾਂ ਨੇ ਵੀ ਸੇਵਾਵਾਂ ਨਿਭਾਈਆਂ, ਗੁਰੂ ਅਨੁਸਾਰੀ ਹੋ ਕੇ ਮਾਲਕ ਨੇ ਜੋ ਬਖਸ਼ਿਸ਼ਾਂ ਤਰੁੱਠ ਕੇ ਕੀਤੀਆਂ, ਤਿਨਾਂ ਦਾ ਆਪਾਂ ਇਤਿਹਾਸ ਲੜੀਵਾਰ ਵਿਚਾਰ ਰਹੇ ਹਾਂ। ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਭਾਈ ਸੰਤ ਸਾਧਾਰਨ ਤਿਨਾਂ ਦਾ ਜੀਵਨ ਸੇਵਾ ਕਾਲ ਕਮਾਈ ਆਪ ਜੀ ਨੇ ਸਰਵਣ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਖਸ਼ਿਸ਼ਾਂ ਤਰੁੱਠ ਕੇ ਕੀਤੀਆਂ, ਤਿਨਾਂ ਦਾ ਵੀ ਵਿਸਥਾਰ ਦੇ ਨਾਲ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ। ਆਓ ਗੋਬਿੰਦਵਾਲ ਸਾਹਿਬ ਵਿਖੇ ਇੱਕ ਤਪਾ ਰਹਿੰਦਾ ਹੈ, ਜੋ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬੜੀ ਈਰਖਾ ਰੱਖਦਾ ਹੈ। ਬੁਰਾ ਭਲਾ ਵੀ ਬੋਲਦਾ ਹੈ ਤੇ ਉਹਦਾ ਯਤਨ ਇਹ ਹੁੰਦਾ ਹੈ ਕਿ ਮੈਂ ਗੁਰੂ ਨੂੰ ਨੀਵਾਂ ਦਿਖਾਵਾਂ। ਆਓ ਸਤਿਗੁਰੂ ਜੀ ਕਿਵੇਂ ਉਸ ਤਪੇ ਦਾ ਉਧਾਰ ਕਰਦੇ ਨੇ, ਕਿਵੇਂ ਲੋਕਾਂ ਦੇ ਵਿੱਚ ਉਸ ਤਪੇ ਦਾ ਪਖੰਡ ਜਿਹੜਾ ਹੈ ਅੱਗੇ ਲੈ ਕੇ ਆਉਂਦੇ ਨੇ। ਆਓ ਪਰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸ਼੍ਰੀ ਗੁਰੂ ਕਿਰਪਾ ਨਿਧਾਨ ਵਰ ਸਕਲ ਲੋਕ ਸੁਖ ਦਾਨ ਬਾਗੀ ਨਿੰਦਕ ਰਹਿਤ ਵਿਦ ਕਰ ਮਨ ਬਲ ਜਾਨ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਮੁੱਚੀ ਕਾਇਨਾਤ ਨੂੰ ਸੁਖੀ ਵੰਡਦੇ ਨੇ। ਦੂਜੇ ਪਾਸੇ ਜਿਹੜੇ ਭਾਗਹੀਨ ਨੇ, ਗੁਰੂ ਤੋਂ ਬੇਮੁਖ ਨੇ, ਜਿਹੜੇ ਨਿੰਦਕ ਨੇ, ਕਵੀ ਜੀ ਕਹਿੰਦੇ ਉਹ ਆਪਣੇ ਕਰਮਾਂ ਦਾ ਫਲ ਜਿਹੜਾ ਹੈ, ਦੁੱਖ, ਉਹ ਪ੍ਰਾਪਤ ਖੁਦ ਹੀ ਕਰਦੇ ਨੇ। ਸ਼੍ਰੀ ਗੁਰੂ ਕਿਰਪਾ ਨਿਧਾਨ ਬਰ ਸਕਲ ਲੋਕ ਸੁਖ ਦਾਨ ਭਾਗਹੀਨ ਨਿੰਦਕ ਲਹਿਤ ਨਿਜ ਕਰਮਨ ਫਲ ਜਾਨ। ਨਿੰਦਕ ਭਾਗਹੀਨ ਲੋਕ ਜਿਹੜੇ ਨੇ ਆਪਣੇ ਕਰਮਾਂ ਦਾ ਫਲ ਆਪਣੇ ਕਰਮਾਂ ਮੁਤਾਬਕ ਪਾਉਂਦੇ ਹਨ। ਜੈਸੇ ਖਾਨ ਉਦੇਵੇ ਸਾਜਨ ਤਿਮਰ ਨਸਾਏ ਦੁਰਭਾਗੀ ਪੇਚਕ ਤੋਂ ਅੰਧ ਭੈ ਦੁਖ ਪਾਏ। ਕਵੀ ਜੀ ਕਹਿਣ ਲੱਗੇ ਜਿਵੇਂ ਸੂਰਜ ਚੜ੍ਹਨ ਦੇ ਨਾਲ ਜਗ ਦਾ ਹਨੇਰਾ ਜਿਹੜਾ ਹੈ ਨਾ ਉਹ ਕੱਟਿਆ ਜਾਂਦਾ ਹੈ, ਪਰ ਦੂਜੇ ਪਾਸੇ ਉੱਲੂ ਜਿਹੜੇ ਨੇ ਨਾ ਉਹਨਾਂ ਨੂੰ ਸੂਰਜ ਦੀ ਰੌਸ਼ਨੀ ਚੰਗੀ ਨਹੀਂ ਲੱਗਦੀ। ਉਹ ਰੌਸ਼ਨੀ ਨੂੰ ਵੇਖ ਕੇ ਦੁੱਖ ਮਨਾਉਂਦੇ ਨੇ ਕਿ ਕਿਉਂ ਚੜ੍ਹ ਆਈ ਹੈ, ਕਿਉਂਕਿ ਉਹਨਾਂ ਨੂੰ ਹਨੇਰਾ ਚੰਗਾ ਲੱਗਦਾ ਹੈ। ਉਸੇ ਪ੍ਰਕਾਰ ਜਿਹੜੇ ਭਾਗਹੀਨ ਨੇ, ਜਿਹੜੇ ਨਿੰਦਕ ਨੇ, ਮਾੜੀ ਬਿਰਤੀ ਵਾਲੇ ਨੇ, ਵਿਸ਼ੇ ਵਾਸ਼ਨਾ ਭੋਗਣ ਵਾਲੇ ਨੇ, ਉਹਨਾਂ ਨੂੰ ਨਾ ਗੁਰੂ ਚੰਗਾ ਲੱਗਦਾ ਹੈ ਤੇ ਨਾ ਗੁਰੂ ਦੀ ਸਿੱਖਿਆ ਚੰਗੀ ਲੱਗਦੀ ਹੈ। ਉਹ ਉੱਲੂ ਦੇ ਸਮਾਨ ਨੇ, ਉਹਨਾਂ ਨੂੰ ਹਨੇਰਾ ਹੀ ਚੰਗਾ ਲੱਗਦਾ ਹੈ। ਸਭ ਜਗ ਸਤਿਗੁਰੂ ਕੇ ਗੁਣ ਗਾਵੇ ਦਰਸ ਪਰਸ ਮਨ ਵਾਚਤ ਪਾਵੇ। ਸਾਰਾ ਜਗਤ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਗੁਣ ਗਾਉਂਦਾ ਸੀ। ਦਰਸ਼ਨ ਕਰਕੇ ਮੂੰਹ ਮੰਗੀ ਜਿਹੜੀ ਮੁਰਾਦ ਹੈ
ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੋਲੋਂ ਪ੍ਰਾਪਤ ਕਰਦੇ ਸਨ। ਉਤੋ ਇੱਕ ਗੋਬਿੰਦਵਾਲ ਸੁਣ ਦਸ ਦਿਆਸੇ ਹੋਤ ਨਿਹਾਲ। ਅਸਲ ਦੇ ਵਿੱਚ ਤਪਾ ਹੋਤੋ ਇੱਕ ਗੋਬਿੰਦਵਾਲ ਸੁਨ ਜਸ ਕਰੈ ਹੋਤ ਬਿਹਾਰ। ਇੱਕ ਤਪਾ, ਇੱਕ ਪਖੰਡੀ ਸਾਧ ਜਿਹੜਾ ਕਹਿ ਲੋ, ਗੋਬਿੰਦਵਾਲ ਸਾਹਿਬ ਵਿਖੇ ਰਹਿੰਦਾ ਸੀ। ਸਤਿਗੁਰੂ ਜੀ ਦੇ ਜਸ ਨੂੰ ਉਹ ਬਰਦਾਸ਼ਤ ਨਹੀਂ ਸੀ ਕਰ ਪਾ ਰਿਹਾ, ਤੇ ਗੁਰੂ ਸਾਹਿਬ ਜੀ ਦਾ ਜਸ ਸੁਣ ਕੇ, ਵਡਿਆਈ ਸੁਣ ਕੇ, ਉਹ ਕਹਿ ਲੋ ਕਿ ਉਹ ਹਾਲ ਉਹਦਾ ਜਿਹੜਾ ਬੇਹਾਲ ਹੋ ਜਾਂਦਾ ਸੀ। ਕਹਿਣ ਤੋਂ ਭਾਵ ਕਿ ਗੁਰੂ ਸਾਹਿਬ ਜੀ ਦੇ ਜਸ ਨੂੰ ਉਹ ਜਰ ਨਹੀਂ ਸੀ ਸਕ ਰਿਹਾ। ਮਰਵਾ ਹਮਕੋ ਕ੍ਰੋਧਾ ਜਾਨੋ ਉਸ ਜੋਗੀ ਕੇ ਮਿੱਤਰ ਸਮਾਨੋ। ਗੋਬਿੰਦਵਾਲ ਦੇ ਜੋ ਅਸਲ ਦੇ ਵਿੱਚ ਜਿਹਦਾ ਇਹ ਕਹਿ ਲੋ ਜਗ੍ਹਾ ਸੀ, ਪਹਿਲਾਂ ਮਾਲਕ ਨੂੰ ਭੇਟਾ ਵਜੋਂ ਜਿਹਨੇ ਦਿੱਤੀ ਸੀ, ਗੋਇੰਦੇ ਦੀ, ਤੇ ਗੋਇੰਦੇ ਦੀ ਗੋਤ ਜਿਹੜੀ ਹੈ ਕਹਿ ਲੋ ਕਿ ਉਹ ਮਰਵਾਹਾ ਸੀ। ਤੇ ਤਪਾ ਜਿਹੜਾ ਹੈ ਕਹਿ ਲੋ ਇਹ ਪਖੰਡੀ ਸਾਧ ਇਹਨਾਂ ਦਾ ਪ੍ਰੋਤ ਸੀ, ਇੱਕ ਪ੍ਰਕਾਰ ਦਾ ਕਹਿ ਲੋ ਕਿ ਇਹਨਾਂ ਦਾ ਆਗੂ, ਇਹਨਾਂ ਦਾ ਪ੍ਰੋਹਿਤ ਸੀ। ਜੋ ਇਹ ਕਹਿੰਦਾ ਸੀ ਉਸ ਮੁਤਾਬਕ ਉਹ ਪਹਿਲਾਂ ਚੱਲਦੇ ਸੀ। ਸੋ ਇਹਨੂੰ ਇਸ ਗੱਲ ਦਾ ਮਾਣ ਸੀ ਕਿ ਮੈਂ ਇੱਥੋਂ ਦੇ ਜਿਹੜਾ ਮਾਲਕ ਦਾ ਅਸਲ ਦੇ ਵਿੱਚ ਪ੍ਰੋਹਿਤ ਹਾਂ। ਜਾ ਕੋ ਸ਼੍ਰੀ ਗੁਰ ਅਮਰ ਪ੍ਰਕਾਸ਼ ਮੰਗ ਖਡੂਰ ਦੰਡ ਦਇਓ ਰਾਸ। ਸ਼੍ਰੀ ਖਡੂਰ ਸਾਹਿਬ, ਜਦੋਂ ਇੱਕ ਆਪਾਂ ਪਿੱਛੇ ਜੋਗੀ ਦਾ ਪ੍ਰਸੰਗ ਸਰਵਣ ਕੀਤਾ ਸੀ, ਜਦੋਂ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬੁਰਾ ਭਲਾ ਬੋਲਦਾ ਸੀ, ਲੋਕਾਂ ਨੂੰ ਭੜਕਾਉਂਦਾ ਸੀ, ਮਾਲਕ ਦੀ ਨਿੰਦਿਆ ਕਰਦਾ ਸੀ, ਤੇ ਇੱਥੋਂ ਤੱਕ ਕਿ ਕਹਿ ਕਵਾ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਵੀ ਭਿਜਵਾ ਦਿੱਤਾ ਸੀ ਉਸਨੇ। ਇਹ ਪਹਿਲਾਂ ਆਪਾਂ ਪ੍ਰਸੰਗ ਵਿਚਾਰ ਚੁੱਕੇ ਹਾਂ। ਇਹ ਕਹਿ ਲਓ ਕਿ ਅਸਲ ਦੇ ਵਿੱਚ ਉਹਦਾ ਦੋਸਤ ਸੀ ਇੱਕ ਪ੍ਰਕਾਰ ਦਾ, ਤੇ ਉਹਦੀ ਹਾਲਤ ਜੋ ਹੋਈ ਹੈ ਜਾਣਦਾ ਹੈ ਕਿ ਉਹਦੀ ਹਾਲਤ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਸਿੱਖ ਰੂਪ ਅੰਦਰ ਸਨ, ਤੇ ਉੱਥੇ ਫਿਰ ਜਿਹੜਾ ਕਹਿ ਲਓ ਕਿ ਕੌਤਕ ਵਰਤਾਇਆ ਸੀ, ਇਹਨੇ ਜੋ ਅਵੱਗਿਆ ਕੀਤੀ ਸੀ, ਪਾਪ ਕੀਤਾ ਸੀ ਤਪੇ ਨੇ, ਉਹਦੀ ਸਜ਼ਾ ਫਿਰ ਪਿੰਡ ਵਾਲਿਆਂ ਨੇ ਇਹਨੂੰ ਦਿੱਤੀ ਸੀ। ਖੇਤਾਂ ਦੇ ਵਿੱਚ ਕਹਿ ਲਓ ਕਿ ਪਕੜ ਕੇ ਘੜੀਸਿਆ ਸੀ, ਤੇ ਇਦਾਂ ਉਹਦੀ ਮੌਤ ਵੀ ਹੋ ਗਈ ਸੀ। ਤੇ ਖਡੂਰ ਸਾਹਿਬ ਦਾ ਜਿਹੜਾ ਤਪਾ ਸੀ ਨਾ, ਉਹਦਾ ਇਹ ਮਿੱਤਰ ਸੀ, ਤੇ ਉਸ ਜੋਗੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਜਿਹੜਾ ਹੈ ਭਾਰੀ ਦੰਡ ਸਿੱਖ ਸੰਗਤ ਦੇ ਰਾਹੀਂ ਦਿੱਤਾ ਸੀ। ਬਾਕੀ ਕਥਾ ਪ੍ਰਸਿੱਧ ਸੋ ਪਾਛੇ ਵਰਣਨ ਵੇ ਪ੍ਰਕਾਸ਼ ਸੁਆਚੇ। ਉਸ ਦੀ ਪ੍ਰਸਿੱਧ ਕਥਾ ਚੰਗੀ ਤਰ੍ਹਾਂ ਅਸੀਂ ਜਿਹੜਾ ਨਾ ਪਿੱਛੇ ਵਿਚਾਰ ਚੁੱਕੇ ਹਾਂ ਕਿ ਕਿਵੇਂ ਉਹਨੇ ਗੁਰੂ ਸਾਹਿਬ ਜੀ ਦੀ ਇਨਸਲਟ ਕੀਤੀ ਸੀ, ਅਵੱਗਿਆ ਕੀਤੀ ਸੀ। ਦੀਨ ਦਇਆਲ ਗੁਰ ਅੰਗਦ ਕੇਰੀ ਕਰੀ ਅਵੱਗਿਆ ਦੁਸ਼ਟ ਗਨੇਰੀ। ਉਹ ਦੁਸ਼ਟ ਜਿਹੜਾ ਜੋਗੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੜੀ ਨਿੰਦਿਆ ਕਰਦਾ ਸੀ, ਬਹੁਤ ਬੁਰਾ ਬੋਲਦਾ ਸੀ, ਤੇ ਉਹਨੂੰ ਜੋ ਫਲ ਮਿਲਿਆ ਉਹ ਆਪ ਜਾਣਦੇ ਹੋ। ਸੋ ਗੁਰ ਅਮਰ ਸਹਾਰ ਨਾ ਸਕੇ ਉਨੇ ਤਪਾ ਨਿੰਦ ਗੁਰ ਥਕੇ। ਉਸ ਦੀ ਅਵੱਗਿਆ ਨੂੰ ਸਿੱਖ ਰੂਪ ਅੰਦਰ ਸਨ ਗੁਰੂ ਅਮਰਦਾਸ ਸਾਹਿਬ ਜੀ ਉਸ ਸਮੇਂ ਸਹਾਰ ਨਹੀਂ ਸਕੇ ਸਨ, ਤੇ ਉਸ ਤਪੇ ਨੂੰ ਜਿਹੜਾ ਹੈ ਬਹੁਤ ਕਹਿ ਲਓ ਕਿ ਇੱਕ ਪ੍ਰਕਾਰ ਦੀ ਕਰੜੀ ਸਜ਼ਾ ਮਿਲੀ ਸੀ। ਫਿਰ ਹੁਣ ਇਹ ਤਪਾ ਆ ਗਿਆ, ਇਹ ਪਖੰਡੀ ਸਾਧੂ ਆ ਗਏ, ਹੁਣ ਇਹ ਉਹਦਾ ਮਿੱਤਰ ਹੈ, ਤੇ ਮਨ ਦੇ ਵਿੱਚ ਬੜੀ ਖਾਰ ਰੱਖਦਾ ਹੈ ਕਿ ਇਹਨਾਂ ਨੇ ਮੇਰੇ ਮਿੱਤਰ ਨੂੰ ਸਜ਼ਾ ਦਿੱਤੀ ਸੀ। ਅੰਦਰੋਂ ਅੰਦਰੀ ਇਹ ਘੁਲਦਾ ਹੈ, ਨਿੰਦਿਆ ਵੀ ਕਰਦਾ ਹੈ, ਇਹ ਬੁਰਾ ਵੀ ਬੋਲਦਾ ਹੈ। ਸ੍ਰੀ ਸਤਿਗੁਰ ਨਾਮ ਰਸ ਮਾਤੈ ਅਜਰ ਜਰੇ ਰਹੇ ਸੁਖ ਦਾਤੈ। ਸੁਖਾਂ ਦੇ ਦਾਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਾਮ ਦੇ ਵਿੱਚ ਮਸਤ ਨੇ,
ਉਹਨਾਂ ਨੂੰ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਕੋਈ ਨਿੰਦਿਆ ਕਰ ਰਿਹਾ, ਕੋਈ ਉਸਤਤ ਕਰ ਰਿਹਾ ਹੈ, ਜ਼ਿਆਦਾ ਇਹਦੇ ਵੱਲੇ ਖਿਆਲ ਜਿਹੜਾ ਨਹੀਂ ਸੀ ਕਰਦੇ, ਕਿਉਂਕਿ ਅਜਰ ਅਵਸਥਾ ਗੁਰੂ ਅਮਰਦਾਸ ਸਾਹਿਬ ਜੀ ਕੋਲ ਹੈ। ਛੇਤੀ ਕੀਤਿਆਂ ਕੁਝ ਜਿਹੜਾ ਕਿਸੇ ਨੂੰ ਨਹੀਂ ਕਹਿੰਦੇ, ਕਿਉਂਕਿ ਮਾਲਕ ਨੇ ਪਹਿਲਾਂ ਇਹ ਪ੍ਰੇਰਣਾ ਦਿੱਤੀ ਹੈ ਸਿੱਖ ਰੂਪ ਅੰਦਰ ਹੀ, ਕਿ ਜਰਨ ਵਾਲੀ ਅਵਸਥਾ ਆਪਣੇ ਅੰਦਰ ਲੈ ਕੇ ਆਓ। ਸੰਸਾਰ ਦੇ ਅੰਦਰ ਬਹੁਤ ਮਿਲਣਗੇ, ਅਜਰ ਆਪਣੇ ਆਪ ਨੂੰ ਬਣਾਉਣਾ ਕਰੋ। कछुक काल इम भयो कछुक काल इम भयो बतीत खेल रचियो सतगुर इस रीत। ਇਸ ਪ੍ਰਕਾਰ ਕੁਝ ਸਮਾਂ ਜਿਹੜਾ ਬਤੀਤ ਹੋਇਆ ਹੈ, ਮਾਲਕ ਜੀ ਨੇ ਫਿਰ ਇਸ ਪ੍ਰਕਾਰ ਕਹਿ ਲਓ ਇੱਕ ਖੇਡ ਰਚੀ ਹੈ। श्री बावली भई तैयार जट अरंबीर गुर करतार। ਬੌਲੀ ਸਾਹਿਬ ਜੀ ਤੋਂ ਸੰਪੂਰਨ ਤਿਆਰ ਹੋ ਗਈ ਹੈ ਨਾ, ਤੇ ਹੁਣ ਆਰੰਭਤਾ ਵਾਸਤੇ ਕਹਿ ਲਓ ਕਿ ਸਤਿਗੁਰੂ ਜੀ ਨੇ ਫੈਸਲਾ ਕੀਤਾ ਹੈ ਹੁਣ ਕਿ ਹੁਣ ਬੌਲੀ ਸਾਹਿਬ ਦਾ ਨਿਰਮਾਣ ਹੋ ਗਿਆ ਹੈ, ਸੰਪੂਰਨ ਤਿਆਰ ਹੋ ਗਈ ਹੈ, ਤੇ ਸਿੱਖ ਸੰਗਤ ਨੂੰ ਹਦਾਇਤ ਹੁਣ ਹੁਕਮ ਕੀਤਾ ਜਾਵੇ ਕਿ ਇਹਦੇ ਵਿੱਚ ਆਪ ਇਸ਼ਨਾਨ ਕਰ ਸਕਦੇ ਹੋ, ਜਲ ਵੀ ਭਰ ਸਕਦੇ ਹੋ। ਇਤਿਆਦਿਕ ਕਹਿ ਲਓ ਕਿ ਇਹ ਵਿਚਾਰ, ਇਹ ਫੈਸਲਾ ਕੀਤਾ ਗਿਆ। विप्र आदि जो थे अधिकारी संत महंत गति घर बारी। ਹੁਣ ਜਿੰਨੇ ਵੀ ਕਹਿ ਲਓ ਕਿ ਅਮੀਰ ਗਰੀਬ ਛੋਟੇ ਵੱਡੇ ਜੋ ਵੀ ਹੈ, ਮਾਲਕ ਨੇ ਦੂਰ ਦੁਰੇਡੇ ਤੱਕ ਫਿਰ ਹੁਕਮਨਾਮੇ ਭੇਜੇ ਨੇ ਕਿ ਬੌਲੀ ਸਾਹਿਬ ਦਾ ਨਿਰਮਾਣ ਹੋ ਗਿਆ ਹੈ, ਉਸਾਰੀ ਹੋ ਗਈ ਹੈ, ਸੰਪੂਰਨ ਹੋ ਗਈ ਹੈ, ਤੇ ਆਪ ਹੁਣ ਜਿਹੜਾ ਹੈ ਬੜੇ ਉਤਸ਼ਾਹ ਦੇ ਨਾਲ ਇੱਥੇ ਆਓ। ਇੱਕ ਸਮਾਗਮ ਪਹਿਲ ਕਹਿ ਲਓ ਕਿ ਉਲੀਕਿਆ ਗਿਆ ਹੈ। विनय निमंत भोजन हेत सबके मान्यो सहत सुहेत। ਬ੍ਰਾਹਮਣ ਵੀ ਸਨ, ਵੱਡੇ ਅਧਿਕਾਰੀ ਵੀ, ਸੰਤ ਮਹੰਤ ਘਰ-ਬਾਰੀ ਆਦਿਕ ਕਹਿ ਲਓ ਕਿ ਸਾਰਿਆਂ ਨੂੰ ਮਾਲਕ ਨੇ ਹੁਕਮਨਾਮੇ ਭੇਜੇ ਨੇ ਕਿ ਆਓ ਸਮਾਗਮ ਦੇ ਵਿੱਚ ਜਿਹੜਾ ਹੈ ਤੁਸੀਂ ਸ਼ਾਮਲ ਹੋ ਕੇ ਸੇਵਾ ਕਰਕੇ ਤੇ ਆਪਾਂ ਬੌਲੀ ਸਾਹਿਬ ਦੀ ਆਰੰਭਤਾ ਜਿਹੜੀ ਹੈ ਉਹ ਕਰਨੀ ਹੈ। ਤੇ ਇਸ ਵਜੋਂ ਜਿਹੜਾ ਹੈ ਸਾਰਿਆਂ ਨੇ ਕਹਿ ਲਓ ਕਿ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਤੇ ਜਿਹੜਾ ਦਿਨ ਉਲੀਕਿਆ ਸੀ ਉਸ ਦਿਨ ਜਾਣ ਵਾਸਤੇ ਜਿਹੜਾ ਤਿਆਰ ਹੋ ਗਏ ਹਨ। तपे निमंत्रण मान्यो नाई तपत रहे हो बस मत्सर के माही। ਪਰ ਜਿਹੜਾ ਇਹ ਤਪਾ ਉਹ ਪਖੰਡੀ ਸਾਧ ਸੀ ਨਾ, ਉਹਨੇ ਸਦਾ ਪੱਤਰ ਜਿਹੜਾ ਨਾ ਅਸਲ ਦੇ ਵਿੱਚ ਲੈ ਤੇ ਲਿਆ, ਪਰ ਉਹ 'ਤੇ ਅਮਲ ਨਹੀਂ ਕੀਤਾ, ਮੰਨਿਆ ਨਹੀਂ। ਹੰਕਾਰ ਦੀ ਅੱਗ ਦੇ ਵਿੱਚ ਉਹ ਸੜ ਰਿਹਾ ਸੀ। दुहित बासु मानुक फिरे दुष्ट न मानी माया गिरे। 2-3 ਵਾਰ ਗੁਰੂ ਸਾਹਿਬ ਜੀ ਨੇ ਫਿਰ ਭੇਜਿਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਸਦਾ ਭੇਜਿਆ। 2-3 ਵਾਰ ਫਿਰ ਸਿੱਖ ਆਏ ਨੇ, ਆ ਕੇ ਨਿਮੰਤਰਣ ਦਿੱਤਾ ਹੈ, ਸਦਾ ਦਿੱਤਾ ਹੈ। ਉਹ ਜਿਹੜਾ ਹੁਕਮਨਾਮਾ ਭੇਜਿਆ ਹੈ, ਉਹ ਜਿਹੜਾ ਉਹਦੇ ਹੱਥ ਵਿੱਚ ਪਕੜਾਇਆ ਹੈ ਕਿ ਤੁਸੀਂ ਆਓ। ਪਰ ਮਾਇਆ ਦੇ ਵਿੱਚ ਘਿਰੇ ਹੋਏ ਇਸ ਦੁਸ਼ਟ ਨੇ, ਕਵੀ ਜੀ ਕਹਿੰਦੇ, ਮਾਲਕ ਜੀ ਦਾ ਹੁਕਮ ਨਾ ਮੰਨ ਕੇ, ਹੰਕਾਰ ਦੇ ਵਿੱਚ ਰਹਿ ਕੇ, ਆਪਣੇ ਆਪ ਨੂੰ ਜਿਹੜਾ ਹੈ ਨਾ ਵੱਡਾ ਕਹਿ ਲਓ ਕਿ ਮੰਨ ਕੇ, ਉਹਨਾਂ ਸਿੱਖਾਂ ਨੂੰ ਵੀ ਵਾਪਸ ਭੇਜ ਦਿੱਤਾ ਕਿ ਮੈਂ ਨਹੀਂ ਆਉਣਾ। ਸੋ ਇਸ ਪ੍ਰਕਾਰ ਉਹ ਤਪਾ ਜਿਹੜਾ ਹੈ ਪਖੰਡੀ ਸਾਧ ਗੁਰੂ ਸਾਹਿਬ ਜੀ ਦੇ ਸੱਦੇ ਤੇ ਉਹ ਨਹੀਂ ਗਿਆ। श्री सतगुरु धर्म के पालक दाम मोहम्मद मत्सर घालक। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਧਰਮ ਦੇ ਪਾਲਣਹਾਰ ਨੇ। ਪਖੰਡ, ਮੋਹ, ਹੰਕਾਰ, ਈਰਖਾ, ਇਹ ਸਾਰਿਆਂ ਨੂੰ ਸਤਿਗੁਰੂ ਜੀ ਨਾਸ਼ ਕਰਨ ਵਾਲੇ ਹਨ। ताके दाम खंडन कारण श्री मुक्ति इम क्यों उचारण। ਇਸ ਪ੍ਰਕਾਰ ਤਾਂ ਕੇ ਦਮ ਖੰਡਨੇ ਕਾਰਨ ਸ਼੍ਰੀ ਮੁਖ ਤੇ ਇਮ ਕੀਓ ਉਚਾਰਨ। ਉਸ ਤਪੇ ਦਾ ਪਖੰਡ ਲੋਕਾਂ ਅੱਗੇ ਲਿਆਉਣ ਵਾਸਤੇ, ਖੰਡਨ ਕਰਨ ਵਾਸਤੇ ਸਤਿਗੁਰੂ ਜੀ ਨੇ ਆਪਣੇ ਪਾਵਨ ਮੁਖ ਤੋਂ ਬਚਨ ਕਹੇ ਹਨ। जे को गुर घर भोजन कहे
एक रुपया दक्षिण पै। ਸਤਿਗੁਰੂ ਜੀ ਨੇ ਫਿਰ ਹੁਕਮ ਕਰ ਦਿੱਤਾ ਸਿੱਖ ਸੰਗਤ ਨੂੰ ਕਿ ਜਿਹੜਾ ਵੀ ਗੁਰੂ ਘਰ ਦੇ ਵਿੱਚ ਆ ਕੇ ਪ੍ਰਸ਼ਾਦਾ ਛਕੇਗਾ, ਭੋਜਨ ਛਕੇਗਾ, ਉਹਨੂੰ 1 ਰੁਪਈਆ ਦਖਣਾ ਜਿਹੜਾ ਹੈ ਦਿੱਤੀ ਜਾਵੇਗੀ। ਕਾਰਨ ਇਹਦੇ ਪਿੱਛੇ ਇਹ ਸੀ ਕਿ ਜਿਹੜਾ ਹੰਕਾਰ ਦੇ ਵਿੱਚ ਇੰਨਾ ਚੂਰ ਸੀ, ਉਹ ਲੋਭ ਵਸ ਹੋ ਕੇ ਕਿਵੇਂ ਆਪਣੇ ਲੋਭ ਦੀ ਪੂਰਤੀ ਵਾਸਤੇ ਆਉਂਦਾ ਹੈ। ਇਸ ਪ੍ਰਥਾ ਇਹ ਸ਼ਬਦ ਵੀ ਉਚਾਰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਹੈ, ਕਿਉਂਕਿ ਗੁਰੂ ਸਾਹਿਬ ਜੀ ਸਿੱਖ ਰੂਪ ਅੰਦਰ ਉਸ ਸਮੇਂ ਉੱਥੇ ਸੇਵਾ ਨਿਭਾ ਰਹੇ ਸਨ, ਭਾਈ ਜੇਠਾ ਜੀ ਦੇ ਰੂਪ ਅੰਦਰ। ਤੇ ਸਾਰਾ ਮਾਹੌਲ ਜਿਹੜਾ ਹੈ ਨਾ ਇਸ ਤਪੇ ਦਾ, ਇਹ ਸਭ ਵੇਖਿਆ ਭਾਈ ਜੇਠਾ ਜੀ ਨੇ। ਤੇ ਬਾਅਦ ਦੇ ਵਿੱਚ ਫਿਰ ਜਦੋਂ ਗੁਰਤਾਗਦੀ ਤੇ ਬਿਰਾਜਮਾਨ ਹੋਏ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਅੰਦਰ, ਫਿਰ ਧੁਰ ਤੋਂ ਜੋ ਇਲਾਹੀ ਬਾਣੀ ਆਈ ਹੈ, ਉਸ ਵਿੱਚ ਫਿਰ ਮਾਲਕ ਨੇ ਇਸ ਤਪੇ ਦਾ ਵੀ ਜਿਹੜਾ ਹੈ ਨਾ ਬਿਰਤਾਂਤ ਗੌੜੀ ਕੀ ਵਾਰ ਅੰਦਰ ਦਰਜ ਕੀਤਾ ਹੈ। ਉਹ ਸ਼ਬਦ ਹੁਣੇ ਆਏਗਾ ਕਿ ਆਪ ਨੇ ਇਹ ਕਈ ਵਾਰ ਸਰਵਣ ਵੀ ਕੀਤਾ ਹੈ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ। ਅੱਗੋਂ ਦੇ ਸੱਦਿਆ ਸਤੇ ਦੀ ਭਿਖਿਆ ਲਏ ਨਹੀਂ, ਪਿੱਛੋਂ ਦੇ ਪਛਤਾਏ ਕਹਿ ਆਣ ਤਪੇ ਪੁੱਤ ਵਿੱਚ ਬਹਾਲਿਆ। ਇਹ ਗੌੜੀ ਕੀ ਵਾਰ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਸਤਿਗੁਰੂ ਜੀ ਨੇ ਉਹਦੇ ਹੰਕਾਰ ਨੂੰ ਚੂਰ ਕਰਨ ਵਾਸਤੇ ਕਿ ਇੰਨਾ ਇਹ ਆਕੜਿਆ ਫਿਰ ਰਿਹਾ ਹੈ, ਹੰਕਾਰ ਦੇ ਵਿੱਚ ਹੈ, ਇਹਨੂੰ ਥੱਲੇ ਕਿਵੇਂ ਲਿਆਉਣਾ ਹੈ ਸਾਨੂੰ ਪਤਾ ਹੈ। ਮਾਲਕ ਜੀ ਨੇ ਫਿਰ ਐਲਾਨ ਕੀਤਾ ਹੈ, ਹੁਕਮ ਭੇਜੇ ਗਏ। ਫਿਰ ਕਹਿੰਦੇ ਜੋ ਵੀ ਛਕੇਗਾ ਉਹਨੂੰ 1 ਰੁਪਈਆ ਜਿਹੜਾ ਹੈ ਦਖਣਾ ਵਜੋਂ ਦਿੱਤਾ ਜਾਵੇਗਾ। ਤਉ ਵੀ ਤਪਸੁ ਆਇਓ ਨਾਹੀ, ਗੁਰ ਗੁਰ ਬਚਨ ਕਿਉ ਸਭ ਮਾਹੀ। ਉਹ ਤਪਾ ਜਿਹੜਾ ਸੀ ਫਿਰ ਵੀ ਨਹੀਂ ਆਇਆ। ਤੇ ਗੁਰੂ ਸਾਹਿਬ ਜੀ ਨੇ ਜਿਹੜਾ ਹੈ ਨਾ ਫੇਰ ਬਚਨ ਕਹੇ ਹਨ, ਭੋਜਨ ਜੀਵਨ ਕੋ ਜੋ ਆਵੇ, 2 ਰੁਪਇਆ ਦਛਨਾ ਪਾਵੇ। ਭਾਈ ਜਿਹੜਾ ਵੀ ਗੁਰੂ ਘਰੇ ਪ੍ਰਸ਼ਾਦਾ ਛਕੇਗਾ ਉਹਨੂੰ 2 ਰੁਪਏ ਦਖਣਾ ਵਿੱਚ ਦਿੱਤੇ ਜਾਣਗੇ। या पर भी जब तपा न आयो, तब सतगुर ए बात अलायो। ਤਪਾ ਫਿਰ ਵੀ ਨਹੀਂ ਆਇਆ। 2 ਰੁਪਏ ਦੀ ਗੱਲ ਸੁਣੀ ਆ, ਫਿਰ ਵੀ ਨਹੀਂ ਆਇਆ। 5 ਮੁਦਰ ਕਾ ਪਾਵੇ ਸੋਈ, ਭੋਜਨ ਕੇ ਹਿਤ ਆਵੇ ਜੋਈ। ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ, ਹੁਣ ਜਿਹੜਾ ਪ੍ਰਸ਼ਾਦਾ ਛਕੇਗਾ ਉਹਨੂੰ 5 ਰੁਪਏ ਦਿੱਤੇ ਜਾਣਗੇ। ਉਸ ਸਮੇਂ 5 ਰੁਪਏ ਬਹੁਤ ਸਨ। 5 ਰੁਪਏ ਦਖਣਾ ਵਜੋਂ ਦਿੱਤੇ ਜਾਣਗੇ। तपा न आयो पर ललचायो, गुण गुर दस का लोभ दिखायो। ਤਪਾ ਜਿਹੜਾ ਸੀ ਨਾ ਉਹ ਪਖੰਡੀ ਸਾਧ, ਜਦੋਂ 5 ਰੁਪਏ ਸੁਣੇ ਨੇ ਮਨ ਦੇ ਵਿੱਚ ਥੋੜਾ ਲਾਲਚ ਆਇਆ, ਪਰ ਆਇਆ ਫਿਰ ਵੀ ਨਹੀਂ, ਲਾਲਚ ਆ ਗਿਆ। ਤੇ ਗੁਰੂ ਸਾਹਿਬ ਜੀ ਨੇ ਫਿਰ ਜਿਹੜਾ ਹੈ ਨਾ ਪੁੰਨ ਗੁਰ 10 ਕਾ ਲੋਭ ਦਿਖਾਇਓ, 10 ਰੁਪਏ ਦੇਣ ਦਾ ਲੋਭ ਵਿਖਾਇਆ ਮਾਲਕ। 10 ਰੁਪਏ ਦੇਣੇ ਦਿੱਤੇ। ओढ़क जब गुर मोहर सो कही, तबे तपे की बुध सो बही। ਅੰਤ ਵਿੱਚ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤੇ, ਕਹਿਣ ਲੱਗੇ ਜੋ ਵੀ ਪ੍ਰਸ਼ਾਦਾ ਛਕੇਗਾ ਉਹਨੂੰ ਸੋਨੇ ਦੀ ਮੋਹਰ ਦਿੱਤੀ ਜਾਵੇਗੀ। ਗੱਲ ਆ ਗਈ ਸੋਨੇ ਦੀ ਮੋਹਰ ਦੀ। ਹੁਣ ਕਿੱਥੇ ਰੁਕਿਆ ਜਾਣਾ। ਲਾਲਚ ਤੇ 5 ਰੁਪਏ ਤੇ ਆ ਗਿਆ ਸੀ। ਤੇ ਸਤਿਗੁਰੂ ਜੀ ਨੇ ਹੁਣ ਅੰਤ ਵਿੱਚ ਓੜਕ, ਓੜਕ ਦਾ ਅਰਥ ਹੈ ਅੰਤ। ਓੜਕ ਜਬ ਗੁਰ ਮੋਹਰ ਸੋ ਕਹੀ, ਤਬਹਿ ਤਪਾਕੀ ਬੁੱਧ ਸੋ ਬਹੀ। ਉਸ ਤਪੇ ਦੀ, ਉਸ ਪਖੰਡੀ ਸਾਧ ਦੀ ਬੁੱਧੀ ਜਿਹੜੀ ਹੈ ਨਾ ਲੋਭ ਦੇ ਵਿੱਚ ਰੁੜਨ ਲੱਗ ਪਈ, ਫਿਰ ਵਹਿਣ ਲੱਗ ਪਿਆ, ਲੋਭ ਆ ਗਿਆ ਉਹਦੇ ਅੰਦਰ। व्याकुल भयो बहुत ललचायो, सुत भोजन के व्योत बनायो। ਬੜਾ ਲਲਚਾਇਆ ਕਿਉਂਕਿ ਆਕੜ ਸੀ ਨਾ ਉਹਨੂੰ। ਤੇ ਲਾਲਚ ਵਸ ਅਸਲ ਦੇ ਵਿੱਚ ਹੁਣ ਖੋਤੇ ਜਾ ਨਹੀਂ ਸੀ ਸਕਦਾ। ਹੁਣ ਮੋਹਰ ਵੀ ਛੱਡੀ ਨਹੀਂ ਜਾਂਦੀ।
ਮੋਰ ਵੀ ਚਾਹੀਦੀ। ਤੇ ਹੁਣ ਉਹਨੇ ਜਿਹੜਾ ਹੈ ਵਿਉਂਤ ਬਣਾਈ ਹੈ ਕਿ ਮੈਂ ਆਪਣੇ ਪੁੱਤਰ ਨੂੰ ਭੇਜਾਂਗਾ। ਮੋਰ ਵੀ ਆ ਜਾਏਗੀ ਤੇ ਮੇਰਾ ਜਿਹੜਾ ਹੰਕਾਰ ਹੈ, ਜਿਸ ਪ੍ਰਥਾਏ ਮੈਂ ਨਹੀਂ ਜਾ ਰਿਹਾ, ਉਹ ਵੀ ਬਚ ਜਾਏਗਾ। ਹੁਣ ਭਾਈ ਤੂੰ ਜਾ ਭਾਵੇਂ ਤੇਰਾ ਪੁੱਤਰ ਜਾਵੇ, ਗੱਲ ਤੇ ਇੱਕੋ ਹੀ ਹੈ। ਜਾ ਤੇ ਲਾਲਚ ਵਸ ਹੋ ਕੇ ਰਿਹਾ ਨਾ, ਉਹਦਾ ਥੋੜੀ ਜਾ ਰਿਹਾ। ਤੇ ਭਗਤ ਕਬੀਰ ਜੀ ਕਹਿਣ ਲੱਗੇ, ਜਿੱਥੇ ਫਿਰ ਲੋਭ ਆ ਜਾਂਦਾ ਹੈ ਨਾ, ਉੱਥੇ ਕਹਿ ਲਓ ਕਿ ਪਾਪ ਦਾ ਉੱਗਣਾ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਲਾਲਚ, ਲੋਭ ਜਿਹੜਾ ਹੈ ਮਨੁੱਖ ਦੇ ਅੰਦਰ ਫਿਰ ਪਾਪ ਨੂੰ ਪ੍ਰਫੁੱਲਤ ਕਰਦਾ ਹੈ। ਅੰਦਰੋਂ ਅੰਦਰੀ ਕੁਝ ਨਾ ਕੁਝ ਉਹ ਵਿਉਂਤ ਬਣਾਉਂਦਾ ਰਹਿੰਦਾ ਹੈ, ਭਾਵੇਂ ਧਰਮ ਦੀ ਦੁਨੀਆ ਵਿੱਚ, ਭਾਵੇਂ ਸੰਸਾਰਕ ਦੁਨੀਆ ਵਿੱਚ। ਉਹ ਕੁਝ ਨਾ ਕੁਝ ਅੰਦਰੋਂ ਅੰਦਰੀ ਘੜਦਾ ਰਹਿੰਦਾ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਮੇਰਾ ਇਹ ਲੋਭ ਲਾਲਚ ਜਿਹੜਾ ਹੈ ਨਾ, ਇਹਦੀ ਪੂਰਤੀ ਹੋਵੇ, ਤੇ ਉਹੀ ਚੀਜ਼ ਫਿਰ ਪਾਪ ਬਣ ਜਾਂਦੀ ਹੈ। ਹੁਣ ਇਹਨੇ ਇਹ ਵਿਉਂਤ ਬਣਾਈ ਹੈ ਕਿ ਮੈਂ ਆਪਣੇ ਪੁੱਤਰ ਨੂੰ ਭੇਜਾਂ, ਪੁੱਤਰ ਮੇਰਾ ਜਾਵੇਗਾ। ਦੁਆਰੇ ਦੁਆਰ ਪ੍ਰਵੇਸ਼ ਨ ਪਾਇਓ, ਪਕੜ ਬੀਤ ਪਰ ਭੂਤ ਚੜਾਇਓ। ਹੁਣ ਦਰਵਾਜ਼ੇ ਰਾਹੀਂ ਤੇ ਦਾਖਲ ਨਹੀਂ ਸੀ ਕਰ ਸਕਦਾ। ਹੁਣ ਲੋਕ, ਪਿੰਡ ਵਾਲਿਆਂ ਨੂੰ ਤਾਂ ਪਤਾ ਹੀ, ਲੋਕਾਂ ਨੂੰ ਪਤਾ ਹੈ। ਉਹਨੇ ਕੀ ਕੀਤਾ ਹੈ, ਆਪਣੇ ਪੁੱਤਰ ਨੂੰ ਪਕੜ ਕੇ ਦੀਵਾਰ ਦੇ ਉੱਤੇ ਚੜਾ ਦਿੱਤਾ, ਕੰਧ ਟਪਾਈ ਹੈ। ਦਰਵਾਜ਼ੇ ਰਾਹੀਂ ਨਾ ਭੇਜ ਕੇ ਕੰਧ ਟਪਾਈ ਕੇ ਜਾ ਕੇ ਸੰਗਤ ਵਿੱਚ ਮਿਲ ਜਾ, ਉੱਥੇ ਬੈਠ ਕੇ ਪ੍ਰਸ਼ਾਦਾ ਛਕ ਲਈ ਤੇ ਨਾਲੇ ਸੋਨੇ ਦੀ ਮੋਹਰ ਲੈ ਆਓ। ਲਾਲਚ ਵੇਖੋ ਕਿੱਥੋਂ ਤੱਕ ਜਾਂਦਾ ਹੈ। ਤੇ ਲਾਲਚੀ ਮਨੁੱਖ ਦੀ ਕਦੀ ਪੂਰਤੀ ਵੀ ਨਹੀਂ ਹੁੰਦੀ, ਇਹ ਵੀ ਗੱਲ ਚੇਤੇ ਰੱਖਿਓ। ਕਿਉਂਕਿ ਸਬਰ ਵਾਲੀ ਅਵਸਥਾ ਨਹੀਂ ਹੋਏਗੀ ਉਹਦੇ ਅੰਦਰ, ਸੰਤੋਖੀ ਜੀਵਨ ਨਹੀਂ ਹੋਏਗਾ ਉਹਦਾ। ਤੇ ਜਿੰਨਾ ਮਰਜ਼ੀ ਕੁਝ ਆ ਜਾਵੇ, ਪਰ ਇਹ ਲੋਭ, ਇਹ ਲਾਲਚ ਜਿਹੜਾ ਹੈ ਅੰਦਰ ਨੂੰ ਸੰਤੋਖੀ ਸਕੂਨ ਵਾਲੀ ਜ਼ਿੰਦਗੀ ਨਹੀਂ ਬਣ ਦਿੰਦਾ ਸਾਡੀ। ਮਨੁੱਖ ਬਹੁਤ ਕੁਝ ਸੋਚਦਾ ਹੈ ਫਿਰ ਅੱਗੇ ਵਾਸਤੇ। ਇਹਨੇ ਆਪਣੇ ਲਾਲਚ ਨੂੰ ਪੂਰਿਆਂ ਕਰਨ ਵਾਸਤੇ ਇਸ ਪਖੰਡੀ ਸਾਧ ਨੇ ਆਪਣੇ ਬੱਚੇ ਨੂੰ, ਆਪਣੇ ਪੁੱਤਰ ਨੂੰ ਦਰਵਾਜ਼ੇ ਰਾਹੀਂ ਨਾ ਭੇਜ ਕੇ, ਗੁਰੂ ਦਰਬਾਰ ਦੀ ਜੋ ਕਹਿ ਲਓ ਕਿ ਇੱਕ ਬਾਉਂਡਰੀ ਹੈ, ਕੰਧ ਹੈ, ਉਹ ਕੰਧ ਜਿਹੜੀ ਹੈ ਟਪਾਈ ਗਈ ਹੈ ਕਿ ਭਾਈ ਤੂੰ ਕੰਧ ਤੇ ਚੜ੍ਹ ਜਾ ਤੇ ਛਾਲ ਮਾਰ ਕੇ ਤੇ ਸੰਗਤ ਵਿੱਚ ਜਾ ਕੇ ਮਿਲ ਜਾ। ਸੋਗੇ ਪਰਿਓ ਬੀਤ ਤੇ ਤਰੈ, ਟੂਟੀ ਟਾਂਗ ਰੁਦਨ ਬਹੁ ਕਰੈ। ਉਹ ਕੰਧ ਤੋਂ ਜਦੋਂ ਹੇਠਾਂ ਡਿੱਗਾ ਹੈ ਨਾ, ਅੱਗੇ ਜਾ ਕੇ ਉਹਦੀ ਲੱਤ ਟੁੱਟ ਗਈ। ਜਦੋਂ ਲੱਤ ਟੁੱਟ ਗਈ ਤੇ ਉੱਚੀ ਉੱਚੀ ਰੋਣ ਲੱਗ ਪਿਆ। ਹੁਣ ਤੇ ਰੋਏਗਾ ਤੇ ਫਿਰ ਲੋਕਾਂ ਨੂੰ ਤੇ ਪਤਾ ਲੱਗਣਾ ਹੀ ਕਿ ਕੌਣ ਹੈ ਭਾਈ। ਸਾਰਿਆਂ ਨੇ ਵੇਖਿਆ ਇਹ ਉਹਦਾ ਹੀ ਮੁੰਡਾ, ਇਹ ਉਹਦਾ ਬੱਚਾ। ਹੁਣ ਉਹਨੇ ਕੰਧ ਤੋਂ ਅਗਲੇ ਪਾਸੇ ਜਦੋਂ ਡਿੱਗਾ ਜਾ ਕੇ ਛਾਲ ਮਾਰੀ ਕਹਿ ਲਓ ਜਾਂ ਕਿੱਦਾਂ ਵੀ ਹੈ, ਤੇ ਉਹਦੀ ਲੱਤ ਟੁੱਟ ਗਈ ਹੈ। ਉੱਚੀ ਉੱਚੀ ਉਹ ਰੋਣ ਲੱਗ ਪਿਆ। ਨੀਚ ਊਚ ਮੈਂ ਉਘਰਿਓ ਪਾਚ, ਲੋਭ ਤਪੇ ਕਉ ਦੀਨੀ ਲਾਜ। ਗਰੀਬ ਅਮੀਰ ਦੇ ਵਿੱਚ ਉਹ ਤਪੇ ਦਾ ਜਿਹੜਾ ਪਾਜ ਸੀ ਨਾ, ਉਗੜ ਗਿਆ। ਕਈ ਨਾ ਲਾਲਚੀ ਆਪਣੇ ਲਾਲਚ ਨੂੰ ਪੂਰਿਆਂ ਕਰਨ ਵਾਸਤੇ, ਇੱਕ ਮੋਹਰ ਲੈਣ ਵਾਸਤੇ ਆਪਣੇ ਬੱਚੇ ਦੀ ਲੱਤ ਵੀ ਤੜਵਾ ਲਈ ਵੇ। ਇੰਦਾ ਪਾਜ ਉਗੜਦੇ ਆ ਜਿਹੜੇ ਲਾਲਚੀ ਹੁੰਦੇ ਨੇ ਨਾ, ਉਹਨਾਂ ਦੀਆਂ ਬਾਤਾਂ ਇੱਦਾਂ ਸਾਹਮਣੇ ਆਉਂਦੀਆਂ। ਜਿੰਨਾ ਮਰਜ਼ੀ ਯਤਨ ਕਰਨ, ਇਸ ਲਈ ਜਿਹੜਾ ਹੈ ਰੱਬੀ ਬਾਣੀ ਨੇ ਸਾਨੂੰ ਇੱਕ ਸਿੱਖਿਆ ਐਸੀ ਦਿੱਤੀ ਹੈ
ਭਾਈ ਜਿੰਨਾ ਕੁ ਦਿੱਤਾ ਹੈ ਨਾ ਰੱਬ ਨੇ, ਉਹਦੇ ਵਿੱਚ ਸ਼ੁਕਰ ਕਰਨਾ ਸਿੱਖ ਜਾ। ਐਵੇਂ ਘੁਲੀ ਜਾਣਾ, ਫਾਇਦਾ ਕੀ ਤੇਰਾ। ਦਿਹਾੜੀ ਕਰਨ ਵਾਲਾ ਵੀ ਦੋ ਹੀ ਖਾਂਦਾ ਹੈ ਤੇ ਦਿਹਾੜੀ ਕਰਵਾਉਣ ਵਾਲਾ ਵੀ ਦੋ ਹੀ ਖਾਂਦਾ। ਚਲੋ ਸੁੱਕੀ ਖਾ ਲੈਂਦਾ ਹੋਏਗਾ, ਉਹ ਘਿਓ ਨਾਲ ਖਾ ਲੈਂਦਾ ਹੋਏਗਾ, ਪਰ ਇਹ ਤੇ ਹੈ ਨਹੀਂ ਕਿ ਵੱਖਰੀ ਕੋਈ ਖੁਰਾਕ ਹੋਏਗੀ। ਨਹੀਂ, ਅੰਨ ਉਹੀ ਹੈ, ਆਟਾ ਉਹੀ ਹੈ, ਸਬਜ਼ੀਆਂ ਵੀ ਉਹੀ ਹੈ, ਤੇਲ ਵੀ, ਸਾਰਾ ਕੁਛ ਉਹੀ ਹੈ। ਬਣਾਉਣ ਦਾ ਥੋੜ੍ਹਾ ਤਰੀਕਾ ਵੱਖਰਾ ਹੋਏਗਾ, ਪਰ ਖਾ ਤੇ ਅਸੀਂ ਸੇਮ ਹੀ ਰਹੇ। ਇਸੇ ਕਰਕੇ ਮਾਲਕ ਨੇ ਬਚਨ ਕੀਤੇ ਨੇ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਕਾਠ ਦਾ ਅਰਥ ਹੁੰਦਾ ਲੱਕੜ। ਆਪਾਂ ਭਾਵ ਅਰਥ ਇਹਦੇ ਕਰਾਂਗੇ ਕਿ ਸੱਚੀ ਸੁੱਚੀ ਕਿਰਤ ਜਾਂ ਕਰੜੀ ਜਿਹੜਾ ਹੈ, ਕਮਾਈ ਦੇ ਨਾਲ ਕਮਾਈ ਹੋਈ ਜਿਹੜੀ ਹੈ ਉਹ ਰੋਟੀ, ਪਸੀਨਾ ਵਹਾ ਕੇ ਜਿਹੜਾ ਹੈ ਰੋਟੀ ਤਿਆਰ ਕੀਤੀ ਹੈ, ਮੇਰੀ ਭੁੱਖ ਉਹਦੇ ਨਾਲ ਦੂਰ ਹੁੰਦੀ ਹੈ। ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਇਹਦਾ ਇਹ ਅਰਥ ਨਹੀਂ ਕਿ ਹਾਂ ਵੀ ਚੋਪੜੀ ਨਾ ਖਾਓ। ਘਣੇ ਸਹਿਣਗੇ ਦੁੱਖ, ਘਣੇ ਦਾ ਅਰਥ ਬਹੁਤੇ, ਬਹੁਤੇ ਦੁੱਖ ਸਹਾਰਨਗੇ ਜਿਹੜੀ ਚੋਪੜੀ ਖਾਣਗੇ। ਆਖਰੀ ਅਰਥ ਤੇ ਇਹੋ ਹੀ ਹੈ। ਭਾਵ ਅਰਥ ਇਹਦਾ ਇਹ ਹੈ ਕਿ ਜੇਕਰ ਉਸ ਗਿੱਲੀ ਰੋਟੀ, ਇਸ ਚੋਪੜੀ ਰੋਟੀ ਦੇ ਵਿੱਚ ਕਿਸੇ ਦਾ ਹੱਕ ਹੈ, ਚੋਰੀ ਦਾ ਪੈਸਾ ਹੈ, ਠੱਗੀ ਦਾ ਹੈ, ਫਰੇਬ ਕਰਕੇ ਲਿਆਇਆ, ਪ੍ਰਪੰਚ ਕਰਕੇ ਤੂੰ ਲਿਆਇਆ, ਫਿਰ ਚੰਗੀ ਰੋਟੀ ਵੀ ਤੇਰੇ ਵਾਸਤੇ ਦੁਖਦਾਈ ਬਣ ਜਾਏਗੀ। ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀ। ਜਿੰਨਾ ਕੁ ਹੈ ਨਾ ਉਹਦੇ ਵਿੱਚ ਸਬਰ ਕਰਦਾ ਹੈ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਕਿਉਂ ਆਪਣੇ ਆਪ ਨੂੰ ਤੂੰ ਅੰਦਰੋਂ ਅੰਦਰੀ ਘੋਲੀ ਬੈਠਾ ਹੈ, ਹਾਏ ਉਹ ਕਿਉਂ ਚੋਪੜੀ ਖਾ ਰਿਹਾ, ਉਹਦੇ ਕੋਲ ਇੰਨਾ ਕਿਉਂ ਹੈ। ਕਿਉਂ ਭਾਈ, ਜੋ ਤੇਰੇ ਕੋਲ ਹੈ ਉਹਦਾ ਕਿੰਨਾ ਕੁ ਸ਼ੁਕਰ ਕਰ ਰਿਹਾ। ਇਸ ਲਈ ਹੁਣ ਜਿਹੜਾ ਹੈ ਲਾਲਚ ਵਸ ਹੋ ਕੇ ਆਪਣੇ ਬੱਚੇ ਦੀ ਲੱਤ ਤੇ ਤੜਵਾਈ ਇਹਨੇ। ਦੂਜੇ ਪਾਸੇ ਹੰਕਾਰ ਦੇ ਵਿੱਚ ਜਿਹੜਾ ਸੀ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਦਾ ਸੀ, ਮਾੜਾ ਬੋਲਦਾ ਸੀ ਤੇ ਆਪਣੇ ਆਪ ਨੂੰ ਬਹੁਤ ਉੱਚਾ ਗਿਣਦਾ ਸੀ, ਇਹਦਾ ਬਾਜ ਉਗੜ ਗਿਆ। ਲੋਕ ਕੀ ਹੈ ਫਿਰ, ਹਾਸਾ ਮਖੌਲ ਉਡਾਉਂਦੇ ਨੇ। ਲੋਕੀ ਅਸਲ ਦੇ ਵਿੱਚ ਕਹਿੰਦੇ ਨੇ ਇਹ ਤੇ ਤਪਾ ਨਹੀਂ, ਇਹ ਤੇ ਬਗਲਾ ਹੈ। ਸ਼ਬਦ ਦੇ ਵਿੱਚ ਇਹ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ, ਲੋਕੀ ਕਹਿੰਦੇ ਨੇ ਇਹ ਤਪਾ ਨਹੀਂ, ਇਹ ਸਾਧ ਨਹੀਂ ਕੋਈ, ਇਹ ਜੋਗੀ ਨਹੀਂ ਕੋਈ, ਇਹ ਤੇ ਬਗਲਾ ਏ। ਚਿੱਟੇ, ਜਿਵੇਂ ਉਹ ਚਿੱਟਾ ਹੁੰਦਾ ਹੈ ਨਾ, ਪਰ ਖਾਂਦਾ ਡੱਡੀਆਂ ਮੱਛੀਆਂ ਹੀ, ਹੰਸ ਥੋੜ੍ਹੀ ਬਣ ਜਾਏਗਾ। ਕਹਿਣ ਲੱਗੇ ਲੋਭ ਲਾਲਚ ਇੱਦਾਂ ਦਾ ਹੈ ਕਿ ਇਹਨੇ ਇਹ ਕਰ ਕੀ ਲਿਆ ਹੈ। ਹੁਣ ਬੱਚਾ ਜਿਹੜਾ ਹੈ ਉਹ ਉੱਚੀ ਉੱਚੀ ਰੋਣ ਲੱਗਾ ਹੈ ਤੇ ਹੁਣ ਸਾਰਿਆਂ ਦਾ ਧਿਆਨ ਉੱਧਰ ਪਹੁੰਚ ਗਿਆ, ਬੱਚਾ ਕਿਹੜਾ ਰੋ ਰਿਹਾ ਹੈ। ਤੇ ਜਦੋਂ ਕੇਂਦਰਿਤ ਹੋਇਆ ਸਾਰਿਆਂ ਦਾ, ਕਹਿ ਲਓ ਕਿ ਧਿਆਨ ਉਸ ਬੱਚੇ ਵੱਲੇ, ਲੋਭ ਤਪੇ ਕੋ ਦੀਨੀ ਲਾਜ, ਉਸ ਤਪੇ ਤੇ ਲੋਭ ਨੇ ਉਹਨੂੰ ਸ਼ਰਮਸ਼ਾਰ ਕਰ ਦਿੱਤਾ ਕਿ ਇੰਨਾ ਡਿੱਗ ਪਿਆ ਥੱਲੇ ਕਿ ਆਪਣੇ ਲਾਲਚ ਦੀ ਪੂਰਤੀ ਵਾਸਤੇ ਇੰਨਾ ਥੱਲੇ ਗਿਰ ਗਿਆ ਕਿ ਆਪਣੇ ਬੱਚੇ ਨੂੰ ਇੱਦਾਂ ਇਹਨੇ ਭੇਜਿਆ। ਉੱਦਾਂ ਭੇਜ ਦਿੰਦਾ, ਗੁਰੂ ਥੋੜ੍ਹੀ ਮਨਾ ਕਰਨ ਲੱਗਾ ਸੀ, ਮੇਨ ਦਰਵਾਜ਼ੇ ਥਾਣੀ ਆ ਜਾਂਦਾ, ਰੋਕ ਥੋੜ੍ਹੀ ਦੇਣਾ ਸੀ ਮਾਲਕ ਨੇ। ਪਰ ਨਹੀਂ, ਆਪਣੀ ਕਹਿ ਲਓ ਈਗੋ ਆ,
ਉਹ ਤੇ ਸੱਟ ਵੱਜਦੀ ਸੀ ਹੰਕਾਰ ਤੇ ਮੇਰਾ ਲਾਲਚ ਵੀ ਪੂਰਾ ਹੋ ਜਾਵੇ, ਮੇਰਾ ਹੰਕਾਰ ਵੀ ਬਣਿਆ ਰਵੇ। ਤੇ ਸਤਿਗੁਰੂ ਜੀ ਨੇ ਕਹਿ ਲਓ ਕਿ ਸਭ ਕੁਝ ਸਾਹਮਣੇ ਦਿਖਾ ਦਿੱਤਾ ਕਿ ਆਹ ਵੇਖੋ ਲੋਕੋ, ਇਹ ਐਵੇਂ ਆਪਣੇ ਹੰਕਾਰ ਦੇ ਵਿੱਚ ਹੀ ਰਹਿ ਗਿਆ। ਸਤਿਗੁਰ ਸੁਨ ਮੁਸਕਾਵਤ ਪਏ, ਦੁਸ਼ਟਨ ਕੇ ਮੇ ਘਰ ਗਏ। ਸਤਿਗੁਰੂ ਜੀ ਨੇ ਜਦੋਂ ਇਹ ਸੁਣਿਆ ਹੈ ਨਾ, ਚਲੋ ਬੱਚੇ ਦਾ ਤੇ ਥੋੜਾ ਹੋਇਆ ਹੈ, ਪਰ ਉਸ ਪਖੰਡੀ ਸਾਧ ਦਾ ਇਹ ਸਭ ਕੁਝ ਜੋ ਉਹਨੇ ਵਿਉਂਤ ਬਣਾਈ ਸੀ, ਇਹ ਸਭ ਕੁਝ ਸੁਣ ਕੇ ਨਾ ਮਾਲਕ ਮੁਸਕਰਾਏ ਨੇ ਥੋੜੇ। ਤੇ ਗੁਰੂ ਸਾਹਿਬ ਜੀ ਨੇ ਉੱਥੇ ਫਿਰ ਇੱਕ ਬਚਨ ਵਰਤਿਆ, ਕਹਿਣ ਲੱਗੇ ਦੁਸ਼ਟਨ ਕੇ ਇਮ ਹੀ ਘਰ ਗਏ। ਕਹਿੰਦੇ ਦੁਸ਼ਟਾਂ ਦੇ ਨਾਲ ਇਸ ਤਰ੍ਹਾਂ ਹੀ ਹੁੰਦੀ ਹੈ। ਜਿਹੜੇ ਦੁਸ਼ਟ ਨੇ ਨਾ, ਜਿਹੜੇ ਪਾਪੀ ਨੇ, ਗੁਰੂ ਅਤੇ ਗੁਰੂ ਕੀ ਸੰਗਤ ਦੀ ਜੋ ਅਸਲ ਦੇ ਵਿੱਚ ਕਹਿ ਲਓ ਕਿ ਮਹਾਨਤਾ ਨੂੰ ਨਹੀਂ ਜਾਣ ਸਕੇ, ਮਾੜਾ ਬੋਲਦੇ ਨੇ, ਨਿੰਦਿਆ ਕਰਦੇ ਨੇ, ਕਹਿਣ ਲੱਗੇ ਉਹਨਾਂ ਦੇ ਹਾਲਾਤ ਜਿਹੜੇ ਨੇ ਇਦਾਂ ਦੇ ਹੀ ਹੁੰਦੇ ਹਨ। ਤਿਸ ਅਵਸਰ ਗੁਰ ਅੰਤਰ ਜਾਮੀ, ਸ਼੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ। ਉਸ ਮੌਕੇ ਤੇ ਦਿਲਾਂ ਦੀਆਂ ਜਾਣਨ ਵਾਲੇ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਭਾਈ ਜੇਠਾ ਜੀ ਦੇ ਰੂਪ ਅੰਦਰ ਲੰਗਰ ਵਿੱਚ ਸੇਵਾ ਕਰ ਰਹੇ ਸੀ। ਸੁਭਾਵਿਕ ਹੁਣ ਸਾਰਾ ਕੁਝ ਸਾਹਮਣੇ ਹੋਇਆ ਤੇ ਮਾਲਕ ਨੇ ਉਹ ਜੋ ਕੁਝ ਸਾਹਮਣੇ ਹੋਇਆ ਫਿਰ ਮੁਬਾਰਕ ਵਚਨਾਂ ਰਾਹੀਂ ਸਾਨੂੰ ਸਮਝਾਇਆ ਹੈ ਕਿ ਲਾਲਚ ਵੇਖੋ ਬੰਦੇ ਦਾ ਜਿਹੜਾ ਹੈ ਕੀ ਕੁਝ ਹਾਸਲ ਕਰਵਾਉਂਦਾ ਹੈ। ਮਨੁੱਖ ਸ਼ਰਮਸਾਰ ਵੀ ਹੁੰਦਾ ਹੈ ਲਾਲਚ ਦੀ ਪੂਰਤੀ ਕਰਨ ਵਾਸਤੇ ਜੋ ਕੁਝ ਮਨੁੱਖ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾ ਕਰਿਆ ਕਰੋ ਲਾਲਚ, ਜਿੰਨਾ ਹੈ ਉਹਦੇ ਵਿੱਚ ਸਬਰ ਕਰਨਾ ਸਿੱਖ ਜਾਓ। ਮਿਲੇਗਾ ਕੁਛ ਨਹੀਂ, ਕੇਵਲ ਹੀਣਤਾ ਮਿਲੇਗੀ, ਸ਼ਰਮਸਾਰ ਹੋਵੋਗੇ, ਹੋਰ ਕੁਛ ਨਹੀਂ ਹੋਵੇਗਾ। ਇੱਜ਼ਤ ਨਹੀਂ ਬਣਦੀ ਫਿਰ ਉਹਦੀ, ਬੰਦਾ ਬੇਇੱਜ਼ਤ ਹੁੰਦਾ ਹੈ। ਉਸ ਨੂੰ ਨਹੀਂ ਇਸ ਚੀਜ਼ ਦਾ ਇਲਮ ਹੁੰਦਾ, ਪਰ ਸੰਸਾਰ ਜਿਹੜਾ ਹੈ ਉਹਨੂੰ ਫਿਰ ਚੰਗਿਆ ਨਹੀਂ ਕਹਿੰਦਾ। ਇਸ ਕਰਕੇ ਸਬਰ ਵਿੱਚ ਰਹੀਏ। ਤੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਅੰਦਰ ਲੰਗਰ ਵਿੱਚ ਸੇਵਾ ਨਿਭਾ ਰਹੇ ਸਨ। ਭੋਜਨ ਸਭਨ ਕਰਾਵਤ ਕਰੇ, ਸੁਨਤ ਬਿਭਰਾਂਤ ਬਚਨ ਸੋ ਕਰੇ। ਇਹ ਬਿਰਤਾਂਤ ਫਿਰ ਸੁਣਾ ਕੇ ਮਾਲਕ ਨੇ ਬਚਨਾਂ ਰਾਹੀਂ ਸਾਨੂੰ ਬਖਸ਼ਿਆ। ਗੌੜੀ ਰਾਗ ਵਾਕ ਕੇ ਭੀਤਰ, ਬਨਿਓ ਸਲੋਕ ਸੁ ਸੁਨੇ। ਸਿੱਖ ਬਰ ਸਤਿਗੁਰ ਕੋ ਪ੍ਰਤਾਪ ਦਿਖਾਇਓ, ਨਿੰਦਾ ਦੋਖ ਅਧਿਕ ਪ੍ਰਗਟਾਇਓ। ਗੌੜੀ ਰਾਗ ਵਾਰ ਕੇ ਭੀਤਰ, ਭਨਿਓ ਸ਼ਲੋਕ ਸੋ ਸੁਨੋ। ਸਿੱਖ ਬਰ ਸਤਿਗੁਰ ਕੋ ਪ੍ਰਤਾਪ ਦਿਖਾਇਓ, ਨਿੰਦਾ ਦੋਖ ਅਧਿਕ ਪ੍ਰਗਟਾਇਓ। ਇਹ ਚੌਪਈ ਦੀ ਲੈ ਹੈ ਤੇ ਆਪਾਂ ਪੜ੍ਹਦੇ ਵੀ ਹਾਂ। ਚੌਪਈ ਸਾਹਿਬ ਜਦੋਂ ਪੜ੍ਹਦੇ ਉਹਦੀ ਲੈ ਆਪ ਨੂੰ ਪਤਾ ਹੀ ਹੈ, ਦੋਹਰੇ ਦੀ ਅਲੱਗ ਲੈ ਹੈ। ਸੋ ਜੋ ਰੂਟੀਨ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ। ਕਦੀ ਕਦੀ ਪੜ੍ਹਨ ਵਾਲੇ ਥੋੜ੍ਹਾ ਔਖਾ ਹੋ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਬ੍ਰਜ ਭਾਸ਼ਾ ਵੀ ਹੈ, ਸੰਸਕ੍ਰਿਤ ਵੀ ਹੈ, ਹਿੰਦੀ ਵੀ ਹੈ, ਗੁਰਮੁਖੀ ਵੀ ਹੈ। ਹਾਲਾਂਕਿ ਲਿਖਿਆ ਗੁਰਮੁਖੀ 'ਚ ਹੈ, ਪਰ ਭਾਸ਼ਾਵਾਂ ਅਲੱਗ ਅਲੱਗ ਨੇ ਅਤੇ ਉਹਦਾ ਉਚਾਰਨ ਕਰਨਾ, ਉਹਦੀ ਲੈ ਨੂੰ ਪਕੜਨਾ ਬੜਾ ਔਖਾ ਹੈ। ਉਹਦੇ ਵਾਸਤੇ ਅਭਿਆਸ ਚਾਹੀਦਾ ਹੈ। ਅਤੇ ਰੂਟੀਨ ਵਿੱਚ ਪੜ੍ਹੋਗੇ ਕੋਈ ਔਖਾ ਨਹੀਂ, ਤੁਹਾਡੇ ਵਿੱਚੋਂ ਵੀ ਬੈਠ ਸਕਦਾ ਇੱਥੇ ਜਿਹਨੂੰ ਚਾਅ ਹੋਵੇ। ਕਈਆਂ ਦੇ ਮਨਾਂ ਵਿੱਚ ਹੁੰਦਾ ਹੈ ਨਾ, ਪਰ ਉਹ ਡਰਦੇ ਮਾਰੇ ਨਹੀਂ ਬਹਿੰਦੇ ਕਿ ਹੈ ਗਲਤੀ ਨਾ ਹੋ ਜਾਵੇ। ਪਰ ਇੱਦਾਂ ਨਹੀਂ, ਗਲਤੀ ਤਾਂ ਇਨਸਾਨ ਕੋਲ ਹੀ ਹੁੰਦੀ। ਅਤੇ ਆਪਾਂ ਜਿਹੜਾ ਹੈ ਜਿਹਨੇ ਬੈਠਣਾ ਹੈ ਨਾ, ਉਹ 1-2 ਦਿਨ ਪਹਿਲਾਂ ਦੱਸੋ ਅਤੇ ਉਹਨੂੰ ਫਿਰ ਤਿਆਰੀ ਕਰਵਾਈ ਜਾਵੇ, ਉਹ ਪ੍ਰੋਪਰ ਫਿਰ ਪੜ੍ਹ ਸਕੇ। ਕਿਉਂਕਿ ਲੈ ਵਿੱਚ ਪੜ੍ਹੋਗੇ ਅਰਥ ਕਰਨ ਦਾ ਵੀ ਫਿਰ ਮੈਨੂੰ ਆਨੰਦ ਆਉਂਦਾ। ਅਤੇ ਜੇ ਲੈ ਤੋਂ ਪਰੇ ਹੋਵੋਗੇ, ਇਹ ਨਹੀਂ ਕਿ ਉਦੋਂ ਅਰਥ ਨਹੀਂ ਆਉਣਗੇ, ਪਰ ਤੁਹਾਨੂੰ ਉਹ ਗੱਲ ਦੀ ਸਮਝ ਬਹੁਤ ਘੱਟ ਪਏਗੀ। ਇਸ ਲਈ ਜਿਨ੍ਹਾਂ ਦੇ ਵੀ ਮਨ ਵਿੱਚ ਹੈ ਨਾ ਕਿ ਅਸੀਂ ਬੈਠਣਾ, ਕਈਆਂ ਦੇ ਹੈ ਪਰ ਉਹ ਥੋੜ੍ਹਾ ਡਰਦੇ ਨੇ,
ਇਸ ਕਰਕੇ ਕਿ ਇੱਕ ਤੇ ਲਾਈਵ ਹੈ, ਦੂਜਾ ਅਸਲ ਦੇ ਵਿੱਚ ਸਾਡੇ ਕੋਲ ਕੋਈ ਗਲਤੀ ਨਾ ਹੋ ਜਾਵੇ। ਪਰ ਇਦਾਂ ਦਾ ਕੋਈ ਨਹੀਂ, ਗਲਤੀ ਹੋ ਜਾਏਗੀ ਤੇ ਉਹ ਸੁਧਰ ਵੀ ਸਕਦੀ ਹੈ। ਅਸੀਂ ਵੀ ਕਰਦੇ ਰਹੇ, ਪਰ ਉਹ ਅਭਿਆਸ ਹੁਣ ਹੋ ਗਿਆ, ਇਸ ਕਰਕੇ ਹੁਣ ਠੀਕ ਹੈ ਸਭ। ਤੇ ਜਿਉਂ-ਜਿਉਂ ਤੁਹਾਡਾ ਅਭਿਆਸ ਹੋਏਗਾ, ਕਿਉਂਕਿ ਇੱਕ ਥੋੜ੍ਹਾ ਜਿਹਾ ਝਾਕਾ ਹੁੰਦਾ ਹੈ, ਹੋਰ ਕੁਛ ਨਹੀਂ ਆਉਂਦਾ, ਸਾਨੂੰ ਸਾਰਾ ਕੁਝ ਹੈ। ਇੱਕ ਝਾਕਾ ਹੈ, ਉਹ ਸਾਡਾ ਲੱਥ ਜਾਵੇ, ਫਿਰ ਅਸੀਂ ਆਪਣੇ ਆਪ ਹੀ ਭਾਵੇਂ ਲਾਈਵ ਹੋਈਏ ਭਾਵੇਂ ਉੱਦਾਂ ਹੋਈਏ, ਅਸੀਂ ਚੱਲੀ ਚੱਲਾਂਗੇ ਫਿਰ। ਇਸ ਲਈ ਜਿਨ੍ਹਾਂ ਨੇ ਵੀ ਪੜ੍ਹਨਾ ਹੋਵੇ ਨਾ, ਉਹ ਦੱਸ ਦਿਆ ਕਰੋ ਕਿ ਅਸੀਂ ਬਹਿਣਾ ਹੈ ਨਾਲ, ਤੇ ਕੋਈ ਇੱਥੇ ਮਨਾਹੀ ਨਹੀਂ ਹੈ। ਮੈਂ ਤਾਂ ਸਗੋਂ ਸਾਰਿਆਂ ਨੂੰ ਕਹਿਣਾ, ਵਿਆਹ ਕਰੋ ਭਾਈ, ਕਿਉਂ? ਤੁਹਾਡਾ ਝਾਕਾ ਲੱਥੇ, ਡਰ ਦੂਰ ਹੋਵੇ। ਇੱਥੇ ਬੈਠਣਾ ਮੈਂ ਇੱਕ ਪ੍ਰਕਾਰ ਦਾ ਕਹਾਂਗਾ, ਕੋਈ ਸੌਖੀ ਗੱਲ ਨਹੀਂ ਹੈ। ਉਹ ਗੁਰੂ ਦੀ ਰਹਿਮਤ ਹੋਵੇ, ਕਿਰਪਾ ਹੋਵੇ, ਫਿਰ ਜਿਹੜਾ ਇੱਥੇ ਬੈਠਿਆ ਜਾਂਦਾ ਹੈ। ਤੇ ਜੇ ਤੁਹਾਨੂੰ ਸੁਭਾਗ ਮਿਲ ਰਿਹਾ, ਤੁਸੀਂ ਬੈਠੋ, ਗੁਰੂ ਤੋਂ ਹੁਕਮ ਲੈ ਕੇ, ਆਗਿਆ ਲੈ ਕੇ, ਅਰਦਾਸ ਕਰਕੇ, ਮਾਲਕ ਆਪਣੇ ਆਪ ਕਿਰਪਾ ਕਰਦਾ ਹੈ। ਸੋ ਇੱਥੇ ਸਤਿਗੁਰੂ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਗੌੜੀ ਰਾਗ ਦਾ ਹੈ, ਮੁਬਾਰਕ ਅੰਗ 315, ਤਿਸਤੀ ਸੁਭਾਇਮਾਨ ਹੈ। ਜੋ ਉੱਥੋਂ ਦਾ ਦ੍ਰਿਸ਼ ਸੀ ਕਿ ਕਿਵੇਂ ਲੋਭ ਦੇ ਵਿੱਚ ਆਇਆ, ਕਿਵੇਂ ਬੱਚੇ ਨੂੰ ਭੇਜਿਆ, ਉਹ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ, ਅੱਗੋਂ ਦੇ ਸੱਦਿਆ ਸੱਦੇ ਦੀ ਭਿਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ, ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਸੋ ਇੱਕ ਕਹਿ ਲਓ ਕਿ ਗੱਲਬਾਤ ਦੇ ਰਾਹੀਂ ਮਾਲਕ ਨੇ ਸਮਝਾਇਆ ਹੈ ਕਿ ਲਾਲਚ ਕਿੰਨੀ ਬੁਰੀ ਬਲਾ ਹੈ ਤੇ ਕਿਹੋ ਜਿਹੀ ਹਾਲਤ ਕਰਦੀ ਹੈ ਮਨੁੱਖ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।